ਹੰਸਾਂ ਦੇਖ ਤਰੰਦਿਆ, ਬੱਗਾ ਆਇਆ ਚਾਓ। ਡੁੱਬ ਮੂਏ ਬੱਗ ਬਪੁੜੇ, ਸਿਰ ਤਲ ਊਪਰ ਪਾਉ। ਮੈਂ ਜਾਣਿਆ ਵਡਹੰਸ ਹੈ, ਤਾਂ ਮੈਂ ਕੀਤਾ ਸੰਗ। ਜੇ ਜਾਣਾ ਬੱਗ ਬਪੁੜਾ, ਜਨਮ ਨਾ ਭੇੜੀ ਅੰਗ। ਕਿਆ ਹੰਸ ਕਿਆ ਬਗੁਲਾ, ਜਾ ਕਉ ਨਦਰ ਧਰੇ। ਜੇ ਤਿਸ ਭਾਵੈ ਨਾਨਕਾ, ਕਾਗੋ ਹੰਸ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਆਦਰਣੀయ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ। ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰੂ ਸਵਾਰਿਆਂ ਤੋਂ ਗੁਰੂ ਕੀਆਂ ਵਿਚਾਰਾਂ ਸਰਵਣ ਕਰ ਰਹੇ ਸੋ। ਬੜੇ ਸੁੰਦਰ ਢੰਗ ਨਾਲ ਗੁਰਮੁਖ ਪਿਆਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅਦਬ ਦੇ ਸੰਦਰਭ ਵਿੱਚ ਰਹਿਤ ਬਹਿਤ ਵਿੱਚ ਰਹਿਣ ਦੀ ਪ੍ਰੇਰਨਾ, ਮੋਟੀਵੇਟਡ ਵਿਚਾਰਾਂ ਸਨ ਸਾਰੀਆਂ। ਔਰ ਵਿਸ਼ੇਸ਼ ਕਰਕੇ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ, ਜੋ ਅੱਜ ਸਾਡੀ ਕਮਿਊਨਿਟੀ ਵਿੱਚ ਨਾ ਸਿਰਫ ਵਿਦੇਸ਼ਾਂ ਵਿੱਚ ਬਲਕਿ ਦੇਸ਼ ਵਿੱਚ ਵੀ ਅਭਾਵ ਹੈ। ਗੁਰਦੁਆਰੇ ਅੰਮ੍ਰਿਤ ਵੇਲੇ ਭਾਂ ਕਰਦੇ ਨੇ, ਸੱਖਣੇ ਹੁੰਦੇ ਨੇ, ਇਮਾਰਤਾਂ ਬਹੁਤ ਸੁੰਦਰ ਬਣ ਗਈਆਂ ਨੇ। ਟਾਵੇਂ ਟੱਲੇ ਗੁਰਮੁਖ ਪਿਆਰਿਆਂ ਨੂੰ ਛੱਡ ਕੇ, ਕੁਝ ਅਸਥਾਨਾਂ ਨੂੰ ਛੱਡ ਕੇ ਗੁਰਦੁਆਰਿਆਂ ਵਿੱਚ ਅੰਮ੍ਰਿਤ ਵੇਲੇ ਰੌਣਕ ਨਹੀਂ ਹੁੰਦੀ। ਮੈਨੂੰ ਖਿਮਾ ਕਰਨਾ, ਅਭਾਵ ਹੈ। ਰਹਿਤਨਾਮਿਆਂ ਵਿੱਚੋਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਬੜੀਆਂ ਸੁੰਦਰ ਉਦਾਹਰਨਾਂ। ਗੁਰਮੁਖ ਪਿਆਰੇ ਬੈਠੇ ਨੇ, ਮੈਂ ਇੱਕ ਬੇਨਤੀ ਕਰਨੀ ਚਾਹੁੰਦਾ। ਮੈਨੂੰ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਵੀ ਪੜ੍ਹਾਉਣ ਦਾ ਮੌਕਾ ਮਿਲਿਆ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਜੋ ਥੋੜ੍ਹਾ ਜ਼ਿਆਦਾ ਤਰਕ ਸਮਝਿਆ ਜਾਂਦਾ ਹੈ। ਭਾਈ ਗੁਰਦਾਸ ਕਾਲਜ ਦੀ ਵੀ ਫਾਊਂਡਰ ਪ੍ਰਿੰਸੀਪਲ ਦੀ ਸੇਵਾ ਦਾਸ ਨੂੰ ਪ੍ਰਾਪਤ ਹੋਈ। ਮੈਂ ਤਿੰਨਾਂ ਹੀ ਕਾਲਜਾਂ 'ਚ ਸੂਰਜ ਪ੍ਰਕਾਸ਼ ਪੜ੍ਹਾਉਂਦਾ ਰਿਹਾ। ਕਈ ਵਾਰ ਇਹ ਪ੍ਰਚਾਰ ਕਰ ਦਿੱਤਾ ਜਾਂਦਾ ਵੀ ਉਹ, ਪਰ ਇੱਕ ਸਮੱਸਿਆ ਇਹ ਆਈ ਵੀ ਇਹ ਜਿਹੜੀ ਨੌਜਵਾਨ ਨਵੇਂ ਆਏ, ਥੋੜ੍ਹੇ ਮੋਡਰੇਟ ਢੰਗ ਨਾਲ ਬਹੁਤ ਅੱਛੇ ਬਚਨ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਗੁਰੂ ਕੀ ਭਾਵਨਾ ਵਾਲੇ। ਹੁਣ ਹੋਇਆ ਕਿ ਚਲਦੀ ਵਿਚਾਰ ਵਿੱਚ ਮੈਨੂੰ ਬੇਨਤੀ ਯਾਦ ਆ ਗਈ, ਮੈਂ ਕਰ ਦਿਆਂ। ਮੈਂ ਬੜੇ ਸ਼ੌਂਕ ਨਾਲ ਪੜ੍ਹਾਉਂਦਾ ਰਿਹਾ। ਮੈਂ ਆਪ ਕਹਿੰਦਾ ਹੁੰਦਾ ਸੀ ਵਿਸ਼ਾ ਮੈਨੂੰ ਦਿਓ। ਸਾਡੇ ਗੁਆਂਢੀ ਧਰਮਾਂ ਕੋਲ ਕੁਛ ਵੀ ਨਹੀਂ, ਸੌਦਾ ਕੁਛ ਵੀ ਨਹੀਂ, ਸਾਰਾ ਕੱਚ, ਪਰ ਉਹ ਸੱਚ ਬਣਾ ਕੇ ਉਹਨੂੰ ਪੇਸ਼ ਕਰ ਰਹੇ ਨੇ। ਔਰ ਸਾਡੇ ਕੋਲ ਸਾਰਾ ਸੱਚ, ਇੱਧਰ ਪੀੜਾ ਰੱਖਿਆ ਹੈ, ਉੱਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਪੋਥੀ ਰੱਖੀ ਹੈ। ਕਥਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਹਨੂੰ ਕੰਡੈਮ ਕਰ ਦੇਣਾ ਵੀ ਇਹਦੇ ਵਿੱਚ ਤੇ ਸਭ ਗਲਤ ਮਲਦਾ ਹੈ। ਇਹਨੂੰ ਕਰਨ ਦੀ ਕੀ ਜ਼ਰੂਰਤ ਹੈ? ਕਿਸੇ ਵੀ ਵਸਤੂ ਨੂੰ ਪੇਸ਼ ਕਰਨ ਤੋਂ ਪਹਿਲਾਂ ਪੇਸ਼ ਕਰਨ ਵਾਲਾ ਹੀ ਜਦੋਂ ਉਹਨੂੰ ਕੰਡੈਮ ਕਰ ਰਿਹਾ ਹੈ, ਉਹਦਾ ਸੰਗਤਾਂ ਤੇ ਕੀ ਪ੍ਰਭਾਵ ਪਵੇਗਾ? ਇਹ ਸਾਡੀ ਇੱਕ ਸੰਸਥਾ ਹੈ ਦਮਦਮੀ ਟਕਸਾਲ, ਜਿਹਦੇ ਤੇ ਸਾਨੂੰ ਮਾਣ ਹੈ, ਫਖਰ ਹੈ, ਜਿਨ੍ਹਾਂ ਨੇ ਕੁਝ ਵਿਰਾਸਤ ਸੰਭਾਲੀ ਹੈ। ਗੁਰਬਾਣੀ ਕੰਠ ਕਰਨ ਦੇ ਮਾਮਲੇ 'ਚ
ਕੁਰਾਨ ਦੇ ਮਾਮਲੇ 'ਚ, ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਦੇ ਮਾਮਲੇ 'ਚ, ਔਰ ਖਾਸ ਕਰਕੇ ਇਤਿਹਾਸ ਸਰੀਰ ਹੈ, ਗੁਰਬਾਣੀ ਆਤਮਾ ਹੈ। ਆਤਮਾ ਕੋਲ ਸਰੀਰ ਨਾ ਹੋਵੇ ਤੇ ਤਾਂ ਵੀ ਅਸੀਂ ਕਹਿੰਦੇ ਹਾਂ ਇਸ ਦੇਹੀ ਕੋ ਸਿਮਰੈ ਦੇਵ, ਔਰ ਜੇ ਸਰੀਰ ਕੋਲ ਆਤਮਾ ਨਾ ਹੋਵੇ ਤੇ ਉਹ ਸਰੀਰ ਵੀ ਮੁਰਦਾ ਹੈ। ਇਹ ਠੀਕ ਹੈ, ਕਿਤੇ ਕਿਤੇ ਕੁਝ ਭੁਲੇਖੇ, ਕੁਝ ਪੰਥ ਵਿਰੋਧੀ ਤਾਕਤਾਂ ਨੇ ਬਾਅਦ ਵਿੱਚ ਕੋਈ ਗੱਲਾਂ ਐਡ ਕੀਤੀਆਂ ਜਾਂ ਜਿਵੇਂ ਵੀ ਹੋਈਆਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਬੇਹੱਦ ਖੁਸ਼ੀ ਹੋਈ ਹੈ, ਬੜੇ ਹੀ ਸੁੰਦਰ ਢੰਗ ਨਾਲ ਸਿੰਘ ਸਾਹਿਬ ਨੇ ਵਿਚਾਰਾਂ ਪੇਸ਼ ਕੀਤੀਆਂ ਨੇ। ਜਿੱਥੋਂ ਤੱਕ ਕੰਟਰੋਵਰਸੀ ਦੀ ਹੈ, ਮੈਨੂੰ ਇੱਥੇ ਵੀ 22-23 ਸਾਲ ਹੋ ਗਏ ਨੇ ਆਉਂਦਿਆਂ ਨੂੰ, ਗਾਹੇ ਬਗਾਹੇ ਉਂਝ ਵੀ ਚਲੋ ਜਿਹੜੇ ਸੰਗਤ ਜਾਣਦੀ ਹੈ। ਮੇਰੀ ਹਰ ਵਕਤ ਕੋਸ਼ਿਸ਼ ਹੁੰਦੀ ਹੈ, ਜਿਵੇਂ ਭਾਈ ਸਾਹਿਬ ਇੱਥੇ ਜ਼ੋਰ ਲਾਉਂਦੇ ਰਹਿੰਦੇ ਨਾ ਵੀ ਸੰਗਤ ਦਾ ਸਿਰ ਜੋੜ ਕੇ ਰੱਖਣਾ ਹੈ, ਮੇਰੀ ਕੋਸ਼ਿਸ਼ ਹੁੰਦੀ ਹੈ ਸੰਪਰਦਾਵਾਂ ਦਾ ਸਿਰ ਜੋੜ ਕੇ ਰੱਖਣਾ ਹੈ। 5-7 ਉਧਰ ਵੀ ਹੈਗੇ ਨੇ, 5-7 ਉਧਰ ਵੀ ਹੈਗੇ ਨੇ ਜਿਹੜੇ ਰੱਸੇ ਖਿੱਚਦੇ ਨੇ। ਉਹਨਾਂ 10 ਨੂੰ ਹੀ ਇਗਨੋਰ ਕਰੋ, ਉਹਨਾਂ ਦਾ ਸਟੇਜ ਤੇ ਮੈਂਸ਼ਨ ਹੀ ਨਾ ਕਰੋ। ਉਹ ਹਾਈਲਾਈਟ ਹੁੰਦੇ ਨੇ ਸਗੋਂ, ਇਸ ਤਰ੍ਹਾਂ ਤੁਸੀਂ ਉਹਨਾਂ ਦਾ ਜ਼ਿਕਰ ਹੀ ਨਾ ਕਰੋ। ਬਸ ਇਤਨਾ ਕਾਫੀ ਹੈ। ਐਸੇ ਢੰਗ ਨਾਲ ਤੁਸੀਂ ਅੰਮ੍ਰਿਤ ਵੇਲੇ ਨੂੰ ਪ੍ਰਚੰਡ ਕੀਤਾ, ਜਿਹੜੇ ਨਹੀਂ ਉੱਠਦੇ ਉਹਨਾਂ ਨੇ ਵੀ ਉੱਠਣ ਲੱਗ ਪੈਣਾ। ਔਰ ਕਿਉਂਕਿ ਇਹ ਦੋਵੇਂ ਪਾਸੇ ਨੇ, ਇੱਕ ਪਾਸੇ ਨਹੀਂ। ਗੁਰਮਤ ਤੋਂ ਥੋੜਾ ਜਿਹਾ ਲੀਹ ਤੋਂ ਥੱਲੇ ਲਾਣ ਵਾਲੇ ਸੱਜਣ ਆਪਣੇ ਆਪ ਨੂੰ ਹਾਈਲਾਈਟ ਕਰਨ ਦੇ ਸ਼ੌਂਕ ਵਾਸਤੇ, ਵਿਊਜ਼ ਵਧਾਉਣ ਵਾਸਤੇ, ਇਹ ਗੁਰਮੁਖੋ ਦੋਵਾਂ ਪਾਸੇ ਨੇ। ਉਹਨਾਂ ਦੋਵਾਂ ਦਾ ਹੀ ਇੱਥੇ ਜ਼ਿਕਰ ਕਰਨ ਦੀ ਲੋੜ ਨਹੀਂ। ਇੱਥੇ ਤੇ ਅਸੀਂ ਬੈਠੇ ਯਾਰ, ਸਾਰੀ ਇਹ ਬੜੇ ਪਿਆਰ ਵਾਲੇ, ਬੜੀ ਬੀਬੀ ਸੰਗਤ ਹੈ। ਸੋ ਬੜੇ ਪੁਰਾਣੇ ਬਚਨ ਜਿਹੜੇ ਹੁਣ ਅਸੀਂ ਛੱਡ ਗਏ ਹਾਂ ਸੁਣਾਣੇ। ਕਿਤਨੀ ਮਹਾਨ ਸ਼ਖਸੀਅਤ ਨੇ ਭਾਈ ਚੋਪਾ ਸਿੰਘ, ਜਿਨ੍ਹਾਂ ਨੇ ਕਲਗੀਆਂ ਵਾਲੇ ਨੂੰ ਆਪਣੇ ਤੰਗਾੜਿਆਂ ਤੇ ਚੁੱਕਿਆ। ਕੈਸੇ ਵਾਈਬ੍ਰੇਸ਼ਨ ਉਹਨਾਂ 'ਚ ਪ੍ਰਵੇਸ਼ ਕਰ ਗਏ ਹੋਣਗੇ। ਫਿਰ ਉਹਨਾਂ ਦੇ ਰਹਿਤਨਾਮੇ ਭਾਈ ਦੇਸਾ ਸਿੰਘ ਜੀ, ਭਾਈ ਚੋਪਾ ਸਿੰਘ ਜੀ, ਸੈਨਾਪਤੀ ਜੀ, ਔਰ ਹੋਰ ਬੇਅੰਤ ਗੁਰਸਿੱਖ, ਜਿਨ੍ਹਾਂ ਨੂੰ ਪੜ੍ਹ ਕੇ ਰੂਹ ਤਾਜ਼ੀ ਹੋ ਜਾਂਦੀ ਹੈ। ਤੋ ਬਹੁਤ ਧੰਨਵਾਦ ਗੁਰਮੁਖ ਪਿਆਰਿਓ, ਬੜੇ ਸੁੰਦਰ ਢੰਗ ਨਾਲ ਆਪ ਜੀ ਨੇ ਸਿੱਖ ਸੰਗਤਾਂ ਦਾ ਮਾਰਗਦਰਸ਼ਨ ਕੀਤਾ। ਵਾਹਿਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਸਾਧ ਸੰਗਤ, ਗੁਰੂ ਕਿਰਪਾ ਸਦਕਾ ਤੁਹਾਡੀ ਅਸੀਸ ਨਾਲ ਜੋ ਸ਼ੇਖ ਫਰੀਦ ਕੇ ਸ਼ਲੋਕਾਂ ਹੇਠ, ਸਰਲੇਖ ਹੇਠ ਬਾਣੀ ਹੈ ਸ਼ੇਖ ਸਾਹਿਬ ਦੀ, ਉਹਦੀ ਵਿਚਾਰ ਕਰਦੇ ਕਰਦੇ, ਅੱਖਰੀ ਅਰਥ ਕਰਦੇ ਕਰਦੇ ਅਸੀਂ ਅਖੀਰ 'ਚ ਆ ਗਏ ਹਾਂ। ਯਾਨੀ 122 ਨੰਬਰ ਸ਼ਲੋਕ, 123 ਨੰਬਰ ਔਰ 124 ਨੰਬਰ ਸ਼ਲੋਕ ਆਪ ਜੀ ਨੇ ਸਰਵਣ ਕੀਤੇ ਨੇ। ਤੋ ਮੈਂ ਆਗਿਆ ਲੈ ਕੇ ਤੁੱਛ ਬੁੱਧੀ ਅਨੁਸਾਰ ਇਹ ਤੁਹਾਡੇ ਚਰਨਾਂ 'ਚ ਖੋਲ੍ਹਣ ਦਾ ਯਤਨ ਕਰਾਂ। ਸਰਵਪ੍ਰਥਮ ਸਨਿਮਰ ਬੇਨਤੀ ਹੈ ਔਰ ਅਸਨਾ ਪਵਿੱਤਰ ਕਰੋ। ਸਾਰੀ ਸੰਗਤ ਗੁਰੂ ਮੰਤਰ ਦਾ ਉਚਾਰਨ ਕਰੋ ਤੇ ਆਖੋ ਜੀ ਸਤਨਾਮ ਸਿਰੇ। ਫਿਰ ਆਖੋ ਜੀ ਸਤਨਾਮ ਸਿਰੇ। ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਸ਼ਲੋਕ ਜਿਹੜੇ ਨੇ ਕਬੀਰ ਸਾਹਿਬ ਦੇ ਔਰ ਫਰੀਦ ਸਾਹਿਬ ਦੇ, ਉਹਨਾਂ ਦੇ ਵਿੱਚ 3-3, 4-4, 5-5 ਸ਼ਲੋਕਾਂ ਵਿੱਚ ਇੱਕ ਲੜੀ ਹੁੰਦੀ ਹੈ। ਕਿਤੇ ਕਿਤੇ ਇੱਕ ਸ਼ਲੋਕ ਨੂੰ ਲੈ ਕੇ ਵੀ ਤੁਸੀਂ ਵਿਚਾਰਧਾਰਾ ਪ੍ਰਚੰਡ ਕਰ ਸਕਦੇ ਹੋ, ਪਰ ਜ਼ਿਆਦਾਤਰ ਉਹ ਲੜੀ 4 ਸ਼ਲੋਕ ਨੇ, 3 ਨੇ, 2 ਨੇ, 5 ਨੇ, ਕਿਤੇ ਕਿਤੇ 10, 15, 20 ਸ਼ਲੋਕ ਨੇ। ਹੁਣ ਪਿੱਛੇ ਗੱਲ ਚੱਲੀ ਸੀ ਕਿ ਜੇ ਜ਼ਰੂਰਤ ਪਵੇ, ਸ਼ੇਖ ਸਾਹਿਬ ਨੇ ਬਚਨ ਕੀਤਾ ਸੀ ਕਿ ਮੈਨੂੰ ਤਨ ਆਪਣਾ ਤਨੂਰ ਵਾਂਗੂ ਤਪਾਣਾ ਪਵੇ ਤੇ ਮੈਂ ਤਪਾ ਸਕਣਾ। ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ। ਹੁਣ ਫਿਰ ਵਿੱਚ ਗੁਰੂ ਸਾਹਿਬ ਦੇ ਸ਼ਲੋਕ ਆਏ, ਤਮਾਮ ਸ਼ਲੋਕ। ਫਿਰ ਸਾਧ ਸੰਗਤ ਇਹ ਜਿਹੜਾ ਸ਼ਲੋਕ ਸੀ, ਸ਼ਲੋਕ ਨੰਬਰ 119, ਉਸ ਸ਼ਲੋਕ ਦੀ ਪ੍ਰਥਾਏ ਫਿਰ ਉਦੋਂ ਅਗਲਾ ਸ਼ਲੋਕ ਹੈ। ਔਰ ਇਹ ਸ਼ਲੋਕ ਹੈ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ। ਹੁਣ ਮੈਂ ਫਿਰ ਬੇਨਤੀ ਕਰਦਿਆਂ, ਕੁਝ ਆਡੀਅנס ਨਵੇਂ ਬੈਠੇ ਹੁੰਦੇ ਨੇ, ਐਸਾ ਨਹੀਂ ਕਿ ਸ਼ੇਖ ਸਾਹਿਬ ਨੇ ਕੁਝ ਗਲਤ ਬਿਆਨਬਾਜ਼ੀ ਕੀਤੀ ਹੈ ਤੇ ਗੁਰੂ ਸਾਹਿਬ ਨੇ ਉਹਨੂੰ ਦਰੁਸਤ ਕੀਤਾ।
चूंकि गलत बचन तो गुरु ग्रंथ साहब च दर्ज ही नहीं सी हो सकता। भगतां ने किते किते जिहड़ी गल इशारे मात्र कीती है, गुरु साहब नूं महसूस होया भी इहनूं थोड़ा व्याख्या करन दी जरूरत है, उन्होंने व्याख्या वजों श्लोक उचारण कर दिता। गुरु अमरदास महाराज ने बचन कीता सी बई इहदी जे जरूरत पवे तो मैं कर लवां। हुण धन गुरु अमरदास महाराज सच्चे पातशाह कहंदे ने ये जिहड़ा धूणियां ताणियां ने अपने दुआले और इनू प्रभु प्राप्ति का जरिया बनाना है और उहदे मुकाबले ते नाम जपना। इन्हां दोवां दा इस तरह फर्क है जिवें एक हंस की उडारी है, एक बगले की उडारी है। ये धूणियां ताणियां, पानी विच खड़े होना, पुट्ठे लटकना, एक पैर ते खड़ना, शरीर नूं खेचल देनी, कर्मकांड करने, न्यौली करना, इत्याद ये बगले वाले कर्म ने। हंसां वाली कम की है भी गुरमत गाड़ी राह, धर्म की किरत करनी है, गुरु गुरु जपना चौंकड़ा मार के, बाणी पढ़नी है, सेवा करनी है, सिमरन करना। और जिहड़ा ये धूणियां ताण वाला आर पार है, नाम दे मुकाबले ते इस तरह भी हंसां देख तरंदियां बग्गा आया चाओ। हंसां नूं तरदियां वेख के, उडदियां वेख के बगलियां दे मन विच भी उमा पैदा होया। पर हुण बगले दी उन्नी उडारी नहीं हुंदी, बगले दी सोच, बगले दी खुराक, बगले दी आइडियोलॉजी बिल्कुल अलग है। हंस ने ते मानसरोवर ते उतरना है, बगला तो किसी भी छप्पड़ ते बैठ जाएगा क्योंकि बग डड्डा भालन जाए। हंस गुरसिख जिहड़े ने उन्हां दी खुराक धूणियां नहीं, उन्हां दी खुराक गुरबाणी है, उन्हां दी खुराक नाम है। वो अखौती जप तप जिहड़े ने उन्हां दी खुराक नहीं। इसलिए हंसां देख तरंदियां, हंसां नूं तरदियां वेख के बगलियां नूं भी चाव आ गया। पर विचारे बगले उद्यम करते सिर हेठां ते पैर ऊपर होके डुब गए, मर गए। धूणियां दा सहारा लैण वाले जिहड़े लोग ने, कर्मकांडी ने, वो आत्मक मौते मर जाते हैं, आत्मक जीवन नहीं जिउंदे। आत्मक जीवन का स्रोत सिमरन है। सो जीविया जिस मन वसिया सोए, नानक अवर ना जीवै कोई। साडे शरीरक जिंदगी का आधार की है? पानी है, प्रशादा है, बेशक है, पर उहदे बिना एक दिन, 2 दिन, 5 दिन, 10 दिन लंघ सकते हैं। असल जिहड़ा आधार है वो ऑक्सीजन है। श्वास आ रहा है, जा रहा है, कार्बन डाइऑक्साइड निकल रही है, ऑक्सीजन जा रहा है, जिंदा है। नबज देखणगे, नासका कोल उंगली करके देखणगे, साह लै रहा है, जिंदा है, बई जिंदा। और श्वास ना आवे तो वो घोषित कर देंगे ने भी ये डैथ हो गई है। ये पैरामीटर है शरीरक जिंदगी का। श्वास चल रहे ने, नबज चल रही है, हार्ट चल रहा है, जी रहा है। आत्मक जिंदगी का पैरामीटर की है, स्रोत की है, जरा ध्यान दिया जे, जुड़े रहा जे। महाराज कहते ने सो जीविया जिस मन वसिया सोए। आत्मक जिंदगी वो जींदा है जिदे अंदर प्रभु वस गया। नानक अवर ना जीवै कोए, और जे जीवै पत लथी जाए। शरीरक जिंदगी जी रहा है, नाम नहीं जप रहा, पत लै रही है, गुरबिन ना ही पत। और फिर जे जीवै पत लथी जाए, सब हराम जेता किच। सौखे बचन तुहाडे मूँह चढ़े, आखां जीवां विसरै मर जाऊं। जदों तक वागरू वागरू आने आ, वैगरू वैगरू उचारने आ, जां सुरत विच है, उदों तक आत्मक उडारी है। जदों भुल जांदा है तो संसे घेर लैंदे ने, स्ट्रैस घेर लैंदी है, कई किस्म के बर्डन ने, वो आत्मक मौत है। फिर नीमो चूना जा हो जाना, ढैंदी कला आ जानी, होर की आत्मक मौत। शारीरिक मौत तो जन्म तो बाद एक बार आउंदी है, झटके नाल लैके चली जाती है। आत्मक मौत की तो विडंबना ये जिंदगी में कई कई बार वापरदी, कदी तो पल पल बाद भी वापरदी। और सुनो, साडे कोल बैठे किसी नूं वापर जाए, कानों कान खबर नहीं हुंदी।
ਸਰੀਰਕ ਮੌਤ ਹੋਵੇ ਤਾਰਾਂ ਖੜਕ ਜਾਂਦੀਆਂ ਨੇ, ਫਲਾਣਾ ਚੜ੍ਹਾਈ ਕਰ ਗਿਆ। ਆਤਮਕ ਮੌਤ ਦੀ ਕੋਈ ਖਬਰ ਨਹੀਂ ਮਿਲਦੀ। ਸਾਧੂ ਹੋਏ ਸੋ ਭਗਤ ਪਛਾਨੈ, ਦੂਜੇ ਨੂੰ ਤੇ ਪਤਾ ਹੀ ਨਹੀਂ ਲੱਗਦਾ। ਸੋ ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਚਾਓ, ਡੁੱਬ ਮੂਏ ਬੱਗ ਬੱਪੜੇ ਸਿਰ ਤਲ ਉੱਪਰ ਪਾਓ। ਹੁਣ ਵੇਖੋ ਬੜੇ ਕਮਾਲ ਦੀ ਨੁਕਤਾ ਹੈ, ਇੱਥੇ ਗੱਲ ਬਸ ਨਹੀਂ ਹੁੰਦੀ। ਇਹ ਸ਼ਲੋਕ ਨੂੰ ਹਜ਼ੂਰ ਅੱਗੇ ਲੈ ਕੇ ਜਾਂਦੇ ਨੇ, ਨਹੀਂ ਥੋੜਾ ਜਿਹਾ ਹੋਰ ਇੱਧਰ, ਥੋੜਾ ਜਿਹਾ ਪਟੜੀ ਤੋਂ ਹੋਰ ਇੱਧਰ। ਹੁਣ ਹਜ਼ੂਰ ਕਹਿੰਦੇ ਨੇ ਸਤ ਸੰਗਤ, ਇਹ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਦਾ ਹੈ। ਹੁਣ ਜਿਹੜਾ ਇਸ ਤੋਂ ਅਗਲਾ ਸ਼ਲੋਕ ਹੈ, ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬੱਗ ਬੱਪੜਾ ਜਨਮ ਨਾ ਭੇੜੀ ਅੰਗ। ਔਰ ਇਸ ਤੋਂ ਅਗਲਾ ਸ਼ਲੋਕ, ਇਹ ਦੋ ਸ਼ਲੋਕ ਗੁਰੂ ਨਾਨਕ ਸਾਹਿਬ ਦੇ ਨੇ। ਔਰ ਕਮਾਲ ਦੀ ਗੱਲ ਹੈ, ਉੱਥੇ ਮਹੱਲਾ ਪਹਿਲਾ ਨਾਲ ਸੰਕੇਤ ਨਹੀਂ ਦਿੱਤਾ। ਇਸ ਲਈ ਮੈਂ ਬੇਨਤੀ ਕਰਨਾ ਹੁੰਦਾ ਵੀ ਇਹ ਅੱਖਾਂ ਖੋਲ ਕੇ ਤੇ ਕੰਨ ਖੋਲ ਕੇ ਪੜ੍ਹਨ ਵਾਲੀ ਬਾਣੀ ਹੈ। ਨਾਨਕ ਪਦ ਤੇ ਆ ਗਿਆ ਨਾ, ਉਹ ਪ੍ਰਤੀਕ ਹੈ ਇਸ ਗੱਲ ਦਾ ਕਿ ਇਹ ਇੱਥੇ ਸਰਦਾਰੀ ਗੁਰੂ ਨਾਨਕ ਦੀ ਹੈ। ਇੱਕੋ ਹੀ ਜੋਤ ਹੈ, ਇੱਕੋ ਹੀ ਜੁਗਤ ਹੈ। 10 ਗੁਰੂ ਸਾਹਿਬਾਨ ਹੁਣ ਗੁਰੂ ਗ੍ਰੰਥ ਸਾਹਿਬ 'ਚ ਵਿਦਮਾਨ ਹੈ ਜੋਤ। ਪਰ ਤੁਸੀਂ ਵੇਖੋ, ਅਸੀਂ ਕਹਾਂਗੇ ਧੰਨ ਗੁਰੂ ਅੰਗਦ ਸਾਹਿਬ ਮੁਬਾਰਕ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਮੁਬਾਰਕ ਹੈ, ਧੰਨ ਗੁਰੂ ਰਾਮਦਾਸ ਸਾਹਿਬ, ਜਮ ਜਮ ਕੇ ਕਹੋ, ਰਸਨਾ ਪਵਿੱਤਰ ਹੁੰਦੀ ਹੈ। ਪਰ ਉਹਨਾਂ ਨੇ ਕਦੀ ਨਹੀਂ ਕਿਹਾ ਮੈਂ ਅੰਗਦ ਹਾਂ, ਮੈਂ ਅਮਰਦਾਸ ਹਾਂ, ਮੈਂ ਰਾਮਦਾਸ ਹਾਂ, ਮੈਂ ਗੁਰੂ ਅਰਜਨ ਹਾਂ। ਉਹ ਕਹਿੰਦੇ ਮੈਂ ਨਾਨਕ ਹਾਂ। ਉਹ ਪਦ ਆਪਣੇ ਨਾਨਕ ਦੀ ਮੋਹਰ ਲਾਉਂਦੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਕਿਉਂਕਿ ਗੁਰੂ ਨਾਨਕ ਦੀ ਹੀ ਜੋਤ ਤੁਰੀ ਆਉਂਦੀ ਹੈ, ਗੁਰੂ ਨਾਨਕ ਦੀ ਹੀ ਜੁਗਤ ਤੁਰੀ ਆਉਂਦੀ ਹੈ। ਕੋਈ ਹੋਰ ਜੋਤ ਨਹੀਂ, ਕੋਈ ਹੋਰ ਜੁਗਤ ਨਹੀਂ। ਇਹ ਸਿਧਾਂਤਕ ਗੱਲ ਹੈ, ਕੋਈ ਗੁਰੂਆਂ ਵਿੱਚ ਵਿਤਕਰਾ ਪਾਉਣ ਵਾਲੀ ਗੱਲ ਨਹੀਂ। ਭਿੰਨ ਭਿੰਨ ਸਭ ਹੂੰ ਕਰ ਜਾਨਾ, ਏਕ ਰੂਪ ਕਿਨਹੂ ਪਹਿਚਾਨਾ, ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਕਲਗੀਧਰ ਪਾਤਸ਼ਾਹ ਕਹਿੰਦੇ ਵੇਖੋ, ਗੁਰੂਆਂ ਨੂੰ ਵੀ ਜੁਦਾ ਜੁਦਾ ਕਰਕੇ ਸਮਝ ਲਿਆ ਕਈਆਂ ਨੇ। ਭਿੰਨ ਭਿੰਨ ਸਭ ਹੂੰ ਕਰ ਜਾਨਾ, ਏਕ ਰੂਪ ਕਿਨਹੂ ਪਹਿਚਾਨਾ। ਇਹ ਸਾਰੇ ਗੁਰੂ ਨਾਨਕ ਦਾ ਰੂਪ ਨੇ, ਕਿਸੇ ਵਿਰਲੇ ਨੇ ਸਮਝਿਆ। ਕਹਿੰਦੇ ਜੀ ਜਿੰਨਾ ਸਮਝਿਆ ਉਹਨਾਂ ਨੂੰ ਕੀ ਮਿਲਿਆ? ਮਹਾਰਾਜ ਕਹਿਣ ਲੱਗੇ ਜਿਨ ਜਾਨਾ ਤਿਨ ਹੀ ਸਿੱਧ ਪਾਈ, ਉਹਨਾਂ ਨੂੰ ਅਧਿਆਤਮਕ ਪੱਖੋਂ ਸਫਲਤਾ ਮਿਲ ਗਈ। ਤੇ ਮਹਾਰਾਜ ਜਿੰਨਾ ਨਹੀਂ ਸਮਝਿਆ, ਕਹਿਣ ਲੱਗੇ ਬਿਨ ਸਮਝੇ ਸਿੱਧ ਹਾਥ ਨਾ ਆਈ, ਕਾਮਯਾਬੀ ਨਹੀਂ ਪ੍ਰਾਪਤ ਹੁੰਦੀ। ਸਿਧਾਂਤ ਸਮਝ ਲੈਣਾ ਕਾਫੀ ਨਹੀਂ, ਤੁਰਨਾ ਜ਼ਰੂਰੀ ਹੈ। ਪਰ ਸਿਧਾਂਤ ਸਮਝੇ ਬਗੈਰ ਤੁਰਨਾ ਵੀ ਕਈ ਵਾਰ ਮੰਜ਼ਿਲ ਵੱਲ ਪਿੱਠ ਵੀ ਹੋ ਸਕਦੀ ਹੈ। ਵੈਨਕੂਵਰ ਜਾਣਾ ਹੈ ਤੇ ਜੇ ਮੂੰਹ ਟਰਾਂਟੋ ਨੂੰ ਹੋ ਗਿਆ ਤੇ ਜਿੰਨੀ ਗੱਡੀ ਦੜਾਓਗੇ ਵੈਨਕੂਵਰ ਤੋਂ ਵਿੱਥ ਹੋਣੀ ਹੈ। ਗਿਆਨ ਹੋਣਾ ਵੀ ਜ਼ਰੂਰੀ ਹੈ ਨਾ, ਵੀ ਵੈਨਕੂਵਰ ਕਿੱਧਰ ਹੈ ਤੇ ਟਰਾਂਟੋ ਕਿੱਧਰ ਹੈ। ਫਿਰ ਐਕਸੀਲੇਟਰ ਦੱਬੋ। ਸਿਧਾਂਤ ਕਲੀਅਰ ਹੋਣਾ ਚਾਹੀਦਾ, ਫਿਰ ਉਦੋਂ ਮਗਰੋਂ ਮਸ਼ੱਕਤ ਕੰਮ ਕਰਦੀ ਹੈ। ਹੁਣ ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਚਾਓ, ਡੁੱਬ ਮੂਏ ਬੱਗ ਬੱਪੜੇ ਸਿਰ ਤਲ ਉੱਪਰ ਪਾਓ। ਨਾਮ ਜਪਣ ਵਾਲਿਆਂ ਨੂੰ ਵੇਖ ਕੇ ਧੂਣੀਆਂ ਤਾਣ ਵਾਲਿਆਂ ਨੂੰ ਵੀ ਚਾਅ ਚੜਿਆ, ਪਰ ਨਾਮ ਜਪਿਆ ਹੀ ਨਹੀਂ, ਧੂਣੀਆਂ ਹੀ ਤਾਈ ਗਏ, ਆਤਮਿਕ ਜੀਵਨ ਨਹੀਂ ਮਿਲਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਫਿਰ ਸ਼ਲੋਕ, ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ। ਮੈਂ ਸਮਝਿਆ ਕਿ ਇਹ ਕੋਈ ਵੱਡਾ ਹੰਸ ਹੈ, ਇਸੇ ਕਰਕੇ ਮੈਂ ਉਸ ਦੀ ਸੰਗਤ ਕੀਤੀ। ਔਰ ਇਹ ਭੁਲੇਖਾ ਆਮ ਲੱਗਦਾ ਅਧਿਆਤਮਕਵਾਦ ਵਿੱਚ। ਕਈ ਵਾਰਾਂ ਜਿਹਨੂੰ ਹੰਸ ਸਮਝ ਕੇ ਨੇੜੇ ਆਉਂਦੇ ਆ, ਉਹ ਬਗਲਾ ਨਿਕਲ ਆਉਂਦਾ। ਜਦੋਂ ਗੁਰੂ ਨਾਨਕ ਸਾਹਿਬ ਸੱਜਣ ਦੀ ਗੱਲ ਕਰਦੇ ਨੇ, ਸੀਨੇ ਬਸੀਨੇ ਸੁਣਿਆ ਵੀ ਬੜਾ ਪਰਸਨੈਲਿਟਡ ਬੰਦਾ ਸੀ। ਤੜ ਤੜ ਕਰਦੇ ਚਿੱਟੇ ਕੱਪੜੇ, ਨਸ਼ੋ ਗੋਰਾ ਰੰਗ, ਲੰਬਾ ਲੰਜਾ ਕੱਦ, ਪੂਰਾ ਇਲਾਕੇ ਦੇ ਵਿੱਚ ਧਾਕ ਹੈ। ਔਰ ਰੋਸ਼ਨ ਦਿਮਾਗ ਵੀ। ਠੱਗ ਕਹਿੰਦੇ ਆਪਾਂ, ਸੱਜਣ ਠੱਗ। ਤੇ ਠੱਗ ਬੰਨਾ ਕੋਈ ਖਾਲਾ ਜੀ ਦਾ ਘਰ ਥੋੜਾ। ਠੱਗ ਬੜਾ ਸ਼ਾਰਪ ਮਾਈਂਡ ਹੁੰਦਾ। ਚੋਰ ਤੇ ਡੀਕਦਾ ਵੀ ਤੁਸੀਂ ਘਰੋਂ ਜਾਓ, ਉਹ ਤੇ ਤੁਸੀਂ ਸੁੱਤੇ ਹੋ ਤੇ ਪਹਿਲਾਂ ਤੁਹਾਨੂੰ ਜਗਾਏਗਾ, ਫਿਰ ਡਿਸਕਸ ਕਰੇਗਾ, ਫਿਰ ਲੁੱਟੇਗਾ, ਔਰ ਫਿਰ ਜਦੋਂ ਚਲਾ ਜਾਏਗਾ ਬਾਅਦ 'ਚ ਖਿਆਲ ਆਓ ਤੁਹਾਡਾ ਪੜਾਓ ਜੋ ਤੇ ਲੁੱਟ ਗਿਆ। ਸੁਧਾਰਨ ਬੰਦੇ ਦਾ ਕੰਮ ਥੋੜਾ। ਠੱਗ ਬਹੁਤ ਇੰਟੈਲੀਜੈਂਟ ਹੁੰਦੇ ਨੇ, ਬੜੇ ਸ਼ਾਰਪ ਮਾਈਂਡ ਹੁੰਦੇ ਨੇ।
सिर्फ इतना है भी जिहड़ी दिशा है वो गलत पासे चल पैंदी है। बड़ा परसनैलिटेड सी, पर महाराज उन्होंने एग्जाम्पल पता की देंदे ने, कहते बग्गा बग्गे कपड़े तीरथ मंझ वसन, घुट घुट जियां खावणे बग्गे ना कईयन। बग्गा करैक्टर है, हंस भी करैक्टर है। बगुला जिहड़ा है वो मीसना हुंदा, डड्डी मच्छी वो बड़ियां खबरदार ने भी ये सानू खांदा है, उन्होंने वेख के भज जांदियां। फिर वो की करदा, पानी च एक टंगड़ी रख के दूजी टंगड़ी उपर चढ़ा के थोड़ियां जी आधियां को अखां बंद करके शिश्त ला के ऐन पत्थर की परतमा वांग वो कहिंदियां एक दूजे नूं भी हुण छड्ड के आ जे, वेखो किवें टिका नाल खड़ा है, हुण ते अखां भी मीट रहा है, नाम जपदा होना। वो भुलेखे नाल नेड़े आ जांदे, पता उदों ही लगदा जदों सबूती नूं गड़ुप जांदा। बग्गा बग्गे कपड़े तीरथ मंझ वसन, घुट घुट हपशे दम कर देना किसी चीज़ में। हपशे दम समझते हो, साह रोक देना। जिवें साहिबजादियां नूं नीआं विच खड़े करके ते वो एक स्टेज ऐसी आई जो ऑक्सीजन ही पर्याप्त मात्रा च ना मिली। दीवार के दबाव में जब हपशे दम हुआ, दौरान खून रुकने लगा, सांस कम हुआ। अल्लाह यार खां जोगी वो फिर उन्होंने घुट घुट के खाते ने जदों, तो वो पर्याप्त मात्रा च ऑक्सीजन घुट घुट के बेचारे मर जाते हैं। भाव ये बग्गा एक करैक्टर है, एक आचरण है। कदी कदी साडा बगले वर्गा आचरण हुंदा है। बगले नूं कोई उपदेश नहीं, बगले नूं बेचारे नूं की पता गुरबाणी की हुंदी है। बगला एक बिरती है, उस बगला बिरती बंदे नूं उपदेश दिता जा रहा है। इसलिए हजूर कहते हैं जे मैनू मैं हंस समझ के, हुण हंस भी चिट्टा बगला भी चिट्टा है, कलर इको जिहा है। हुण वेखण नूं बगला भी बहुत सोहना लगता है, पर समस्या यह है उहदी भी उहदियां गतिविधियां ठीक नहीं गियां। गंद खांदा, खुराक बड़े मायने रखदी है। असीं जिहड़ी खुराक खाने आ, बनाने वाली सुवाणी उस वेले गुस्से विच किसी वजह करके वो वाइब्रेशन उन्होंने पॉइजन बना देंगे। यही कारण से गुरमुखो जिहड़ियां गल्लां असीं छड्डदे जा रहे हैं भी भाई देग बना रहे हो गल्लां ना रिड़को, जपजी साहब करो। बई लंगर बना रहे हो गल्लां ना रिड़को, वैगरू वैगरू करो। वो तुहाडे जिहड़े वाइब्रेशन ने वो प्रवान करदी, वो एक्सैप्ट करते हैं भोजन, सब्जियां, दालां, खास करके पानी बड़ी जल्दी एक्सैप्ट करता है। हुण इस तरह के एक्सपैरीमेंट हो रहे हैं नवें सिरों। आ गुरु नानक साहब नूं बेबे नानकी ने याद किया, वो आ गए, वो जी ये किद्दां हो सकता है। आहिस्ता आहिस्ता साइंस कहने लगी हो सकता है। उन्होंने नाम दिता टैलीपैथी, जिवें टैलीफैक्स, टैलीफोन, टैलीपैथी। वो कहते समग्र इकाग्रता नाल तुसीं किसी नूं याद करो, उन्होंने महसूस होगा मैनूं कोई याद कर रहा है। उन्होंने नाम दिता टैलीपैथी का। तुसीं कई बार वेख्या होगा भी किसी नूं तुसीं फोन करन दी सोच रहे हो, सवेरे नहीं किया, दोपहरे नहीं, शाम तुसीं चक्या ही है फोन करने लई, और जिन्होंने फोन करना है वह फोन आ गया। वो की है, वो विदाउट उपकरण तुहाडी वायरलैस काम कर रही है। टैलीपैथी तुहाडे जिहड़े वेव्स ने वो काम कर रहे हैं। तो भोजन बनाने लग्या वैगरू वैगरू करना, जपजी पढ़नी, कीर्तन सुनना, विचारां चंगियां करनियां, अच्छे बचन करने, उन्होंने अमृत बना देंगे हैं। और भोजन करन लग्या गलत मलत गल्लां रिड़कणियां, एक हत्थ च कड़छी, एक हत्थ च फोन है, वो फिर वाइब्रेशन उस तरह के उहदे विच जाणगे। तो इस वास्ते हजूर कहते हैं बगला एक बिरती है, गंद खांदा है। भोजन का साडे शरीर ते, तन ते, मन ते बहुत असर है। एक कहावत है भी जैसा अन्न वैसा मन। और अन्न इस तरह का जिहड़ा जल्दी पच जाए, वैगरू वैगरू करके बनाया होवे, भुख ज़्यादा होवे, खाधा थोड़ा जाए, भुख रख के खाधा जाए, थोड़ा समय थोड़ा ही खावे। तो हजूर ने बचन किया भी मैं जानिया वड हंस है, तां मैं कीता संग, जे जाना बग बपड़ा। बगला घुट घुट जियां खावने, जन्म ना भेड़ी अंग। मैं बिल्कुल नेड़े नहीं सी टुकना, संगत नहीं सी करनी।
ਹੁਣ ਹਜ਼ੂਰ ਕਹਿਣ ਲੱਗੇ ਥੋੜਾ ਜ਼ਿਆਦਾ ਹੋ ਗਿਆ, ਹੰਸ ਹੋਣ ਦਾ ਮਾਨ ਨਹੀਂ ਹੋਣਾ ਚਾਹੀਦਾ। ਜਿਹੜੇ ਗੁਰਸਿੱਖ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਉਹ ਹੰਸ ਦੀ ਬਜਾਏ ਸਗੋਂ ਪਰਮਹੰਸ ਨੇ। ਜੇ ਤੂੰ ਹੰਸ ਬਣ ਗਿਆ, ਪਰਮਹੰਸ ਬਣ ਗਿਆ, ਤੇ ਇੱਕ ਗੱਲ ਦਾ ਖਿਆਲ ਰੱਖੀ, ਈਗੋ ਨੂੰ ਨੇੜੇ ਨਾ ਆਉਣ ਦੇਈ। ਕਿਉਂ? ਕਿਉਂਕਿ ਉਹਦਾ ਦਿਲ ਕਰੇ ਬਗਲੇ ਨੂੰ ਛੱਡ ਕਾਂ ਨੂੰ ਵੀ ਹੰਸ ਬਣਾ ਦਿੰਦਾ, ਕਾਂ ਨੂੰ ਹੀ ਹੰਸ ਬਣਾ ਦਿੰਦਾ। ਉਂਝ ਗੁਰਸਿੱਖ ਨਾਮ ਜਪਣ ਵਾਲਿਆਂ ਨੂੰ ਪਰਮਹੰਸ ਕਿਹਾ ਗਿਆ, ਹੰਸ ਤੇ ਹੰਸ ਉਹਨਾਂ ਨੂੰ ਪਰਮਹੰਸ ਕਿਹਾ ਗਿਆ। ਇਹਨੂੰ ਸਮਝਣ ਲਈ ਮੈਂ ਇੱਕ ਕਵਿਤ ਦਾ ਤੁਹਾਡੇ ਤੋਂ ਆਗਿਆ ਲੈ ਕੇ ਸਹਾਰਾ ਲਵਾਂ, ਭਾਈ ਗੁਰਦਾਸ ਜੀ ਦੇ ਦਾ। ਭਾਈ ਗੁਰਦਾਸ ਜੀ ਸੱਚਖੰਡ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਅੱਗੋਂ ਕੁਝ ਗੁਰਸਿੱਖ ਆ ਰਹੇ ਨੇ, ਨਾਮ ਰਸੀਏ ਬੰਦਗੀ ਵਾਲੇ। ਤਾਂ ਭਾਈ ਗੁਰਦਾਸ ਨੂੰ ਉਹਨਾਂ ਨੇ ਪੈਰੀ ਪੈਣਾ ਕਿਹਾ। ਉਦੋਂ ਫਤਿਹ ਦਾ ਪਰੰਪਰਾ ਨਹੀਂ ਸੀ, ਸ਼ੱਕ ਨਾ ਕਰਿਓ ਵੀ ਗਿਆਨੀ ਜੀ ਗੁਰਮਤਿ ਤੋਂ ਵਿਰੁੱਧ ਹੋ ਗਏ ਨੇ। ਉਦੋਂ ਪੈਰੀ ਪੈਣਾ ਵੀ ਕਹਿੰਦੇ ਸਨ। ਪੈਰੀ ਪਵਣਾ ਜੱਗ ਵਰਤਾਇਆ, ਝੁੱਕ ਕੇ ਇੱਕ ਦੂਜੇ ਨੂੰ ਇਦਾਂ ਵੀ ਹੱਥ ਲਾਉਂਦੇ ਸਨ, ਜਾਂ ਰਸਨਾ ਨਾਲ ਝੁੱਕ ਕੇ ਕਹਿਣਾ ਜੀ ਪੈਰੀ ਪੈਣਾ ਵਾ, ਮੱਥਾ ਟੇਕਣਾ ਜੀ। ਮੱਥਾ ਟੇਕਣ 'ਚ ਵੀ ਕੋਈ ਅਰਜ਼ ਨਹੀਂ ਗਾ, ਆਕੜ ਤੇ ਮੁਰਦਿਆਂ ਦੀ ਪਛਾਣ ਹੁੰਦੀ ਹੈ। ਗੁਣ ਵਿੱਚ ਕੋਈ ਆਪਣੇ ਤੋਂ ਵੱਡਾ ਹੈ, ਨਾਮ ਜਪਣ ਵਾਲਾ ਹੈ, ਉਮਰ 'ਚ ਵੱਡਾ ਹੈ, ਟੇਕ ਦੇਣਾ ਚਾਹੀਦਾ, ਖੁਸ਼ੀ ਮਿਲਦੀ ਹੈ। ਕਬਰਾਂ ਤੇ ਨਹੀਂ ਟੇਕਣਾ ਚਾਹੀਦਾ, ਧਾਗੇ ਤਵੀਤਾਂ ਕੋਲ ਨਹੀਂ ਜਾਣਾ ਚਾਹੀਦਾ, ਖੌਤੀ ਦੇਵੀ ਦੇਵਤਿਆਂ ਕੋਲ ਨਹੀਂ, ਗੁਰਸਿੱਖਾਂ ਦੇ ਮਾਮਲੇ 'ਚ ਨਹੀਂ। ਜੋ ਦੀਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗਾ ਪਾਇਨ ਜੀ। ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਭਾਈ ਸਾਹਿਬ ਨੂੰ ਪੈਰੀ ਪੈਣਾ ਕਿਹਾ ਤੇ ਭਾਈ ਸਾਹਿਬ ਅੱਗੋਂ ਕਹਿਣ ਲੱਗੇ, ਆਓ ਪਰਮਹੰਸੋ, ਜੀ ਆਇਆਂ ਨੂੰ ਪਰਮਹੰਸੋ। ਭਾਈ ਗੁਰਦਾਸ ਨੇ ਲਿਖਿਆ ਕਵਿਤਾ 'ਚ। ਤਾਂ ਗੁਰਸਿੱਖ ਕਹਿਣ ਲੱਗੇ, ਭਾਈ ਸਾਹਿਬ ਜੀ ਕੁਝ ਜ਼ਿਆਦਾ ਨਹੀਂ ਹੋ ਗਿਆ? ਕਹਿਣ ਲੱਗੇ ਨਹੀਂ, ਜ਼ਿਆਦਾ ਨਹੀਂ ਹੋਇਆ। ਨਹੀਂ ਭਾਈ ਸਾਹਿਬ, ਹੰਸ ਤੇ ਹੋਏ, ਪਰਮਹੰਸ ਕੀ ਹੋਇਆ? ਜਿਹੜੇ ਹੰਸ ਨੇ ਉਹ ਤੇ ਅਸੀਂ ਸੁਣੇ ਨੇ, ਅਸੀਂ ਪਰਮਹੰਸ ਕਿਵੇਂ ਹੋ ਗਏ? ਤਾਂ ਭਾਈ ਸਾਹਿਬ ਕਹਿਣ ਲੱਗੇ, ਸੁਣੋ, ਮਾਨਸਰ ਹੰਸ ਸਾਧ ਸੰਗਤ ਪਰਮਹੰਸ। ਜਿਹੜੇ ਮਾਨਸਰੋਵਰ ਤੇ ਬੈਠਦੇ ਨੇ ਉਹ ਹੰਸ ਨੇ। ਰਸਤੇ 'ਚ ਨਦੀਆਂ, ਨਾਲੇ, ਛੱਪੜ, ਟੋਬੇ ਆਉਂਦੇ ਨੇ, ਹੰਸ ਲੈਂਡ ਨਹੀਂ ਕਰਦਾ, ਉਤਰਦਾ ਨਹੀਂ। ਉਹ ਕਿੱਥੇ ਉਤਰਦਾ ਹੈ? ਮਾਨਸਰੋਵਰ ਤੇ। ਇਸ ਲਈ ਉਹ ਹੰਸ ਹੈ ਤੇ ਤੁਸੀਂ ਅੱਛਾ ਭਾਈ ਸਾਹਿਬ, ਅਸੀਂ ਪਰਮਹੰਸ ਕਿਵੇਂ ਹੋਏ? ਕਹਿਣ ਲੱਗੇ, ਤੁਸੀਂ ਘਰੋਂ ਚੱਲਦੇ ਹੋ, ਰਸਤੇ 'ਚ ਪੱਬ ਵੀ ਆਉਂਦੇ ਨੇ, ਕਲੱਬ ਵੀ ਆਉਂਦੇ ਨੇ, ਉੱਥੇ ਹੋਰ ਵੀ ਕਈ ਕਿਸਮ ਦੇ ਅਸਥਾਨ ਆਉਂਦੇ ਨੇ, ਖਿਮਾ ਕਰਨਾ, ਉਹ ਨਹੀਂ ਰੁਕਦੇ। ਉਹ ਸੁਰਮਈ ਨਿਸ਼ਾਨ ਸਾਹਿਬ, ਕੇਸਰੀ ਨਿਸ਼ਾਨ ਸਾਹਿਬ ਦੂਰੋਂ ਦੇਖਦੇ ਨੇ, ਔਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਗੁਰਦੁਆਰਾ ਆ ਗਿਆ, ਉੱਥੇ ਪਹੁੰਚ ਜਾਂਦੇ ਨੇ। ਮਾਨਸਰ ਹੰਸ ਸਾਧ ਸੰਗਤ ਪਰਮਹੰਸ ਧਰਮ ਤੁਜਾ ਨਿਸ਼ਾਨ ਸਾਹਿਬ। ਧਰਮ ਤੁਜਾ ਮੈਨੇ ਨਿਸ਼ਾਨ ਸਾਹਿਬ। ਧਰਮਸ਼ਾਲ ਚੱਲ ਆਵੀ, ਧਰਮਸ਼ਾਲ ਮੈਨੇ ਗੁਰਦੁਆਰਾ। ਅੱਛਾ ਭਾਈ ਸਾਹਿਬ, ਅਸੀਂ ਪੱਬ ਕਲੱਬ ਤਿਆਗ ਕੇ ਗੁਰਦੁਆਰੇ ਆਉਂਦੇ ਆ, ਉਹ ਛੱਪੜੀਆਂ ਛੱਪੜ ਛੱਡ ਕੇ ਮਾਨਸਰੋਵਰ ਤੇ ਜਾਂਦੇ ਨੇ। ਗੁਣ ਤੇ ਇੱਕੋ ਜਿਹਾ, ਗੁਣ ਤੇ ਇੱਕੋ ਜਿਹਾ, ਫਿਰ ਉਹ ਹੰਸ ਕਿਉਂ ਤੇ ਅਸੀਂ ਪਰਮਹੰਸ ਕਿਉਂ? ਤਾਂ ਭਾਈ ਸਾਹਿਬ ਕਹਿਣ ਲੱਗੇ, ਤੁਹਾਡੇ ਪ੍ਰਸ਼ਨ ਦਾ ਉੱਤਰ ਅਗਲੀ ਪੰਕਤੀ ਵਿੱਚ ਹੈ। ਪਹਿਲੀ ਪੰਕਤੀ ਹੈ, ਮਾਨਸਰ ਹੰਸ ਸਾਧ ਸੰਗਤ ਪਰਮਹੰਸ ਧਰਮ ਤੁਜਾ ਧਰਮਸ਼ਾਲ ਚੱਲ ਆਵਈ, ਉਤ ਮੁਕਤਾਲ ਆਹਾਰ ਦੁਤੀਆ ਨਾਸ। ਉਤ ਮੈਨੇ ਮਾਨਸਰੋਵਰ, ਉੱਥੇ ਹੰਸ ਮੋਤੀਆਂ ਦਾ ਭੋਜਨ ਕਰਦੇ ਨੇ, ਮੋਤੀਆਂ ਦਾ ਆਹਾਰ ਲੈਂਦੇ ਨੇ। ਉਤ ਮੁਕਤਾਲ ਆਹਾਰ ਦੁਤੀਆ ਨਾਸ, ਡੱਡੀ ਮੱਛੀ ਆਵੇ ਤਰਕ ਕਰ, ਨਹੀਂ ਇਹ ਸਾਡਾ ਭੋਜਨ ਨਹੀਂ, ਗੰਦ ਹੈ। ਇਤ ਗੁਰ ਸ਼ਬਦ ਸੁਰਤ ਲਿਵ ਲਾਵੀ। ਇੱਥੇ ਗੁਰੂ ਕੇ ਸਿੱਖ ਸ਼ਬਦ ਵਿੱਚ ਸੁਰਤ ਜੋੜਦੇ ਨੇ। ਕੋਈ ਕੱਚੀ ਪਿੱਲੀ ਗੱਲ ਸੁਣਾਏ, ਸਿੱਖ ਕਹਿੰਦੇ ਨਹੀਂ ਬਈ ਗੁਰਮੁਖਾ, ਇੱਥੇ ਸਾਡੀ ਸਟੇਜ ਤੇ ਕੱਚ ਪਿੱਲ ਨਹੀਂ, ਕੱਚੀ ਲੱਸੀ ਨਹੀਂ ਚੱਲਣੀ, ਇੱਥੇ ਨਰੌਲ ਗੁਰਮਤਿ ਦੀ ਗੱਲ, ਗੁਰਬਾਣੀ ਦੀ ਗੱਲ ਕਰ। ਇਸ ਲਈ ਇਹ ਪਰਮਹੰਸ ਨੇ। ਤਾਂ ਸਿੱਖ ਕਹਿਣ ਲੱਗੇ, ਭਾਈ ਸਾਹਿਬ ਉਹ ਡੱਡੀ ਮੱਛੀ ਦਾ ਤਿਆਗ ਕਰਕੇ ਤੇ ਮੋਤੀ ਚੁਗਦੇ ਨੇ, ਇਹ ਜਿਹੜੇ ਗੁਰਸਿੱਖ ਨੇ ਇਹ ਕੱਚੇ ਪੀਲੇ ਬਚਨ ਛੱਡ ਕੇ ਗੁਰੂ ਦੇ ਸ਼ਬਦ ਰੂਪੀ ਮੋਤੀ ਚੁਗਦੇ ਨੇ। ਗੁਣ ਤੇ ਬਰਾਬਰ ਹੋ ਗਿਆ, ਫਿਰ ਉਹ ਹੰਸ ਕਿਉਂ ਤੇ ਅਸੀਂ ਪਰਮਹੰਸ ਕਿਉਂ?
ਤਾਂ ਭਾਈ ਸਾਹਿਬ ਕਹਿਣ ਲੱਗੇ ਖਿਮਾ ਕਰਨਾ। ਹੁਣ ਮੈਂ ਅਗਲੀ ਪੰਕਤੀ ਤੁਹਾਡਾ ਜਵਾਬ ਦੇਣਾ। ਮਾਨਸਰ ਹੰਸ ਸਾਧ ਸੰਗਤ ਪਰਮਹੰਸ ਧਰਮ ਤੁਜਾ ਧਰਮਸ਼ਾਲ ਚਲ ਆਵਈ ਉਤ ਮੁਕਤਾਲ ਆਹਾਰ ਦੁਤੀਆ ਨਾਸ ਇਤ ਗੁਰ ਸ਼ਬਦ ਸੁਰਤ ਲਿਵ ਲਾਵਈ ਉਤ ਖੀਰ ਨੀਰ ਨਿਰਵਾਰੋ ਕਹਿ ਬਖਾਨੀਅਤ। ਉਤ ਮੈਨੇ ਮਾਨਸਰੋਵਰ ਮਨੌਤ ਹੈ। ਹੰਸ ਦੇ ਸਾਹਮਣੇ ਦੁੱਧ ਰੱਖੋ, ਉਹ ਚੁੰਝ ਵਿੱਚ ਪਾ ਦੇਗਾ ਔਰ ਚੁੰਝ ਪਾਉਂਦਿਆਂ ਸਾਰ ਰਸਾਇਣਕ ਕਿਰਿਆ ਵਾਪਰ ਜਾਂਦੀ ਹੈ। ਰਸਾਇਣਕ ਕਿਰਿਆ ਸਮਝਦੇ ਹੋ ਤੁਸੀਂ? ਅੰਗਰੇਜ਼ੀ 'ਚ ਸ਼ਾਇਦ ਉਹਨੂੰ ਕੁਝ ਹੋਰ ਕਹਿੰਦੇ ਹੋਗੇ, ਮੈਂ ਉਹਨੂੰ ਸਮਝਾਉਣ ਲਈ ਥੋੜਾ ਜਿਹਾ ਐਕਸਪਲੇਨ ਕਰ ਦੇਣਾ। ਜਿਵੇਂ ਦੁੱਧ ਗਰਮ ਕਰਕੇ ਉਬਾਲ ਕੇ ਥੋੜਾ ਜਿਹਾ ਠੰਡਾ ਕਰਕੇ ਫਿਰ ਆਪਾਂ ਜਾਗ ਲਾਉਂਦੇ ਹਾਂ ਨਾ, ਤੇ ਤੁਸੀਂ ਮਾਈਕਰੋਸਕੋਪ ਨਾਲ ਦੇਖੋ ਕੀਮੀਆ ਜਿਵੇਂ ਪੂਰੀ ਪਰਾਤ ਰੱਖੀ ਦੀ ਹੈ ਨਾ ਕਣਕ ਵੱਢਣ ਦੀ, ਵੀ ਇੰਨੀ ਲੈ ਚੱਲੋ, ਇਸ ਤਰ੍ਹਾਂ ਪੂਰੀ ਪਰਾਤ ਬਣਾ ਇੱਦਾਂ ਚੱਕ ਲੈਂਦੇ ਨੇ ਕੀਮੀਆ। ਫਿਰ ਸਾਰੇ ਦੁੱਧ ਨੂੰ ਦਹੀਂ ਵਿੱਚ ਰੂਪਾਂਤਰਿਤ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ, ਅੱਗੇ ਵੱਧਦਾ ਜਾਂਦਾ ਹੌਲੀ 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 ਹੌਲੀ। 4 ਘੰਟੇ ਵੀ ਲੱਗ ਸਕਦੇ, 5 ਵੀ ਲੱਗ ਸਕਦੇ, 6 ਵੀ ਲੱਗ, ਮੌਸਮ ਦੇ ਹਿਸਾਬ ਨਾਲ 8 ਵੀ ਲੱਗ, ਐਨ ਸਿਰੇ ਤੱਕ ਫਿਰ ਪਹੁੰਚ ਜਾਂਦੇ ਜਿਵੇਂ ਸਾਰਾ ਕਿੱਲਾ ਵੱਢੀ ਦਾ। ਇਹਨੂੰ ਕਹਿੰਦੇ ਰਸਾਇਣਕ ਕਿਰਿਆ। ਜਿਵੇਂ ਹੀ ਚੁੰਝ ਪਾਉਂਦਾ ਦੁੱਧ 'ਚ, ਨਾਲ ਦੀ ਨਾਲ ਫੁੱਟੀਆਂ ਬਣ ਕੇ ਦਹੀਂ ਇੱਕ ਪਾਸੇ ਪਾਣੀ ਇੱਕ ਪਾਸੇ, ਉਹਦੇ ਵਿੱਚ ਰਸਾਇਣਕ ਤੱਤ ਇੰਨੇ ਨੇ, ਬੜੀ ਛੇਤੀ ਛੇਤੀ ਉਹਨੂੰ ਦਹੀਂ ਵਿੱਚ ਰੂਪਾਂਤਰ ਕਰ। ਹੁਣ ਉਹ ਕੀ ਕਹਿੰਦਾ, ਦਹੀਂ ਸੇਵਨ ਕਰ ਲੈਂਦਾ, ਪਾਣੀ ਨੂੰ ਛੱਡ ਦਿੰਦਾ। ਉਤ ਖੀਰ ਨੀਰ ਨਿਰਵਾਰੋ ਕਹਿ ਬਖਾਨੀਅਤ। ਦੁੱਧ ਵੱਖਰਾ ਪਾਣੀ ਵੱਖਰਾ, ਉਹ ਕਰਨਾ ਜਾਣਦਾ। ਇਤ ਗੁਰਮਤ ਦੁਰਮਤ ਸਮਝਾਵੇ। ਮੈਂ ਤਾਂ ਕਹਿਣਾ ਹੁੰਨਾ ਵੀ ਕਥਾ ਸਮਝਣ ਸਮਝਾਉਣ ਦਾ ਵਿਸ਼ਾ ਹੈ, ਹਸਾਨ ਰਵਾਨ ਦਾ ਨਹੀਂ। ਗੁਰਮਤ ਦੁਰਮਤ ਸਮਝਾਵੇ। ਗੁਰਸਿੱਖੋ ਆ ਗੁਰੂ ਦੀ ਮੱਤ ਹੈ, ਆ ਮਨ ਮੱਤ ਹੈ। ਸਿੱਖ ਕਹਿਣ ਲੱਗੇ ਭਾਈ ਸਾਹਿਬ ਖਿਮਾ ਕਰਨਾ, ਤੁਸੀਂ ਬੜੇ ਸਤਿਕਾਰਯੋਗ ਜੇ, ਵਾਰ-ਵਾਰ ਸਾਨੂੰ ਟਾਲ ਰਹੇ ਹੋ, ਤੇ ਗੱਲ ਤੇ ਫਿਰ ਬਰਾਬਰ ਹੋ ਗਈ। ਉਥੇ ਖੀਰ ਨੀਰ ਨਿਰਵਾਰੋ ਕਹਿ ਬਖਾਨੀਅਤ ਇਤ ਗੁਰਮਤ ਦੁਰਮਤ ਵੱਖਰੀ ਵੱਖਰੀ ਕਰਕੇ ਗੁਣ ਤੇ ਬਰਾਬਰ ਹੋਇਆ। ਫਿਰ ਉਹ ਹੰਸ ਕਿਉਂ ਤੇ ਅਸੀਂ ਪਰਮਹੰਸ ਕਿਉਂ? ਤਾਂ ਭਾਈ ਸਾਹਿਬ ਕਹਿੰਦੇ ਖਿਮਾ ਕਰਨਾ, ਮੇਰੇ ਕਵਿੱਤ ਦੀ ਇੱਕੋ ਹੀ ਪੰਕਤੀ ਰਹਿ ਗਈ, ਇਹਦੇ 'ਚ ਤੁਹਾਡਾ ਜਵਾਬ ਜ਼ਰੂਰ ਮਿਲੇਗਾ ਕਿ ਉਤ ਬੱਗ ਹੰਸ ਬੰਸ ਦੁਬਿਧਾ ਨਾ ਮੇਟ ਸਕਦਾ। ਮਾਨਸਰੋਵਰ ਤੇ ਹੰਸ ਦੇ ਕੋਲ ਕਾਂ ਆ ਕੇ ਬੈਠ ਗਿਆ। ਉਤ ਬੱਗ ਹੰਸ ਬੰਸ ਦੁਬਿਧਾ ਨਾ ਮੇਟ ਸਕਾ। ਹੰਸ ਦੇ ਕੋਲ ਕਾਂ ਬੈਠ ਜਾਏ, ਬਗਲਾ ਬੈਠ ਜਾਏ, ਕਾਂ ਦਾ ਕਾਲਾਪਣ ਦੂਰ ਨਹੀਂ ਕਰ ਸਕਦਾ, ਬਗਲੇ ਦਾ ਕਪਟ ਦੂਰ ਨਹੀਂ ਕਰ ਸਕਦਾ ਹੰਸ। ਮਾਨਸਰੋਵਰ ਤੇ ਬੈਠਾ ਕਾਂ ਕਾਂ ਹੀ ਰਹੇਗਾ, ਬਗਲਾ ਬਗਲਾ ਹੀ ਰਹੇਗਾ, ਨਹੀਂ ਬਦਲੇਗਾ। ਇਤ ਕਾਗ ਪਾਗ ਸਮ ਰੂਪ ਕਹਿ ਮਿਲਾਵੇ। ਇੱਥੇ ਕੋਈ ਵਕਾਰਾਂ ਨਾਲ ਕਾਂ ਵਾਂਗੂ ਕਾਲਾ ਹੋ ਜਾਏ ਤੇ ਬਗਲੇ ਵਾਂਗੂ ਮਹਾ ਕਪਟੀ ਵੀ ਹੋ ਜਾਏ ਨਾ, ਤੇ ਗੁਰੂ ਕੀ ਸੰਗਤ ਰੂਪੀ ਮਾਨ ਸਰੋਵਰ ਵਿੱਚ ਇਹ ਜਿਹੜੇ ਗੁਰਸਿੱਖ ਰੂਪੀ ਪਰਮਹੰਸ ਨੇ, ਉਸ ਵਕਾਰੀ ਬੰਦੇ ਨੂੰ ਵੀ ਗੁਰਮੁਖ ਬਣਾ ਦਿੰਦੇ ਨੇ ਤੇ ਕਪਟੀ ਬੰਦੇ ਨੂੰ ਵੀ ਨਿਰਕਪਟ ਬਣਾ ਦਿੰਦੇ ਨੇ। ਇਸ ਵਾਸਤੇ ਉਹ ਹੰਸ ਨੇ, ਤੁਸੀਂ ਪਰਮਹੰਸ ਹੋ। ਔਰ ਗੁਰੂ ਦੀ ਬਰਕਤ ਇਹ ਹੈ, ਸਾਧ ਸੰਗਤ ਦੀ ਬਰਕਤ ਇਹ ਹੈ ਬਈ ਇਹ ਬਗਲਿਆਂ ਨੂੰ ਵੀ ਹੰਸ ਬਣਾ ਦਿੰਦਾ ਹੈ। ਇਹ ਠੀਕ ਹੈ ਬਈ ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਓ, ਡੁੱਬ ਮੂਏ ਬੱਗ ਬਪੁੜੇ ਸਿਰ ਤਲ ਉੱਪਰ ਪਾਉ, ਆਤਮਕ ਮੌਤੇ ਮਰਦੇ ਨੇ ਧੂਣੀਆਂ ਦਾ ਸਹਾਰਾ ਲੈਣ ਵਾਲੇ। ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਓ, ਡੁੱਬ ਮੂਏ ਬੱਗ ਬਪੜੇ ਸਿਰ ਤਲ ਉੱਪਰ ਪਾਉ, ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ। ਮੈਂ ਸਮਝਿਆ ਇਹ ਹੰਸ ਹੈ, ਸ਼ਬਦ ਰੂਪੀ ਮੋਤੀ ਚੁਗਣ ਵਾਲਾ ਹੈ, ਵੈਗਰੂ ਰੂਪੀ ਮੋਤੀ ਚੁਗਣ ਵਾਲਾ ਹੈ, ਤਾਂ ਮੈਂ ਸੰਗਤ ਕੀਤੀ ਸੀ। ਮੈਨੂੰ ਇਹ ਨਹੀਂ ਸੀ ਪਤਾ ਬਗਲਾ ਹੈ। ਜੇ ਜਾਣਾ, ਜੇ ਮੈਨੂੰ ਪਤਾ ਹੁੰਦਾ ਵੀ ਇਹ ਵਿਚਾਰਾ ਬਗੁਲਾ ਹੈ, ਜਨਮ ਨਾ ਭੇੜੀ ਅੰਗ, ਤਾਂ ਮੈਂ ਕਦੇ ਉਸ ਦੇ ਨੇੜੇ ਨਾ ਟੁੱਕਦੀ। ਹੁਣ ਹਜ਼ੂਰ ਨੇ ਨਾਲ ਲੱਗਦੇ ਝੱਪਦੇ ਇੱਕ ਹੋਰ ਸ਼ਲੋਕ ਬਖਸ਼ਿਸ਼ ਕੀਤਾ ਤੇ ਫਰਮਾਨ ਕੀਤਾ, ਕਿਆ ਹੰਸ ਕਿਆ ਬਗੁਲਾ, ਕੀ ਹੰਸ ਤੇ ਕੀ ਬਗਲਾ। ਹੰਸ ਤੇ ਬਗਲਾ, ਬਗਲੇ ਹੰਸ ਦੀ ਗੱਲ ਨਹੀਂ ਹੋ ਰਹੀ। ਹੰਸ ਵਰਗਾ
ਮਨੁੱਖ, ਬਗਲੇ ਵਰਗਾ ਮਨੁੱਖ ਔਰ ਕਾਂ ਵਰਗਾ ਮਨੁੱਖ। क्या हंस क्या बगुला जा को नदर धरे, नदर करे नहीं, नदर धरे, ऐदा किरपा दृष्टि नाल वेखे। ओदी दृष्टि विच इन्नी एडी सुंदर तासीर है कि वो कृपा कटाख अवलोकन कीनो दास का दुख बिदारियों वाली अवस्था बना सकता है। नानक नदरी नदर निहाल भी कर सकता। काबलियत अपनी थां ते है, उहदा तरस अपनी थां ते है। तो सुनिया ना भी कोई फकीर बड़ा नाम जपिया सी, उन्हें बड़ी बंदगी की सी, दरगाह विच गया, वाहगुरू जी बड़े प्रसन्न होए, भगता बड़ी भगती की है, मंग की चाहिए? आखन लगा जी मैं कोई मंगता थोड़ा मैं मंगा, भगती की है, मेरा हक दे। वो कहने लगा हक की गल ना कर, उंज तू जो कवेगा हो जाएगा, हक ना जता। कबीर दावे दाजन होता है, दावा नहीं करना, हक नहीं करना। आखन लगा जी नहीं मैनू होर कुछ नहीं चाहिए, मैनू तो मेरा हक चाहिए। वो कहने लगा की कीता? कहने लगा जी बंदगी कित्थे करदा है? जी जंगल विच। काहदे ते बहिंदा है? वो कहने लगा जी एक बड़ा सोहना पत्थर सी, चपटा जिहा, इस तरह से जिवें कोई बैड बनिया हुंदा, उहदे उत्ते बैठ जांदा है चौकड़ी मार के। ईश्वर कहने लगे फिर इस तरह कर किन्ने साल बैठा? कहने लगा जी 40 साल। आखन लगा हुण 40 साल तू सिल बन जा, सिल इंसान बनेगी, वो तेरे ते चौंकड़ी मार के बैठेगा, फिर उन्होंने नाल लैके आ जी, फिर तुहाडे हक की गल कर ला। हक नहीं जताना। पत्थर ते बैठना कोई बुरी गल नहीं, पलंग ते बैठना बुरी गल नहीं, आसन ते बैठो, हक ना जताओ, हक नहीं। लेखा कथा है ना छुटी है, खिन खिन भूलनहार। हिसाब किताब च नहीं पैना, गिनती मिनती च नहीं पैना, फिर तो बचना ही कुछ नहीं गा। क्या बात है। इस वास्ते भाई गुरदास जी कहन लगे, उत बग हंस बंस दुबदाना मेट सकै, इत काग पाग सम रूप कै मिलावी। क्या हंस क्या बगुला जाको नदर धरे, जे तिस भावे नानका कागों हंस करे। जे उन्होंने भा जाए तो वह कां तो भी हंस बना सकता, बगले की तो गल ही छड्डो। कम से कम बगले का कलर तो मैच करता है, कां का तो कलर भी मैच नहीं करता। अंदरली सुरती बिरती तो बिल्कुल ही अलग है। पर जे उन्होंने भा जाए, अच्छा भा किवें जाइए, असी रब नूं चंगे लगीए, उहदा की तरीका है? तो भाई गुरदास जी ने नुकता खोलिया है। आप जी कहंदे खसमै सोई भावदा, खसमै दा जिस भाना भावे। दूजी गल दुनिया विच पराहुणा, ते तीजी गल दावा छड्ड रहे ला दावे। तीन गल्लां। जे तू चाहुंदा मैं उन्होंने भा जा, तो पहली गल यह है भी तेनों उहदा भाना पा जाए। भाना हुक्म, रजा, फुरमान, आग्या, ये सब पर्याय शब्द ने, सब अर्थां च ने। जैसी आग्या कीनी ठाकुर तिसते मुख नहीं मोरियो, फुरमान तेरा सिरे ऊपर, हुक्म रजाई चलना नानक लिखिया नाल। हुक्मी हुक्म चलाए रा, जां तिस भाणा तां जम्मिया। ये सारे पर्याय शब्द ने, जां पर्यायवाची शब्द कह लो। पहली गल यह है भी खसमै सोई भावदा, खसमै दा जिस भाणा भावे। और सानू भाणा इस तरह का भांदा भी बड़ी गर्मी होवे, बहुत गर्मी पवे, साध संगत गल है इंडिया दी, और जीना मुहाल होया पिया। गुरुद्वारा साहब के दफ्तर च बंदा रब्बा मीह पा जा, करना कुदरत दा मीह शुरू हो गया। मीह ज्यों शुरू होया, ज्यों शुरू सारा दिन पैंदा, सारी रात भी पैंदा रहा, अगले दिन भी पैंदा रहा, अगली रात ते अगले दिन मीह पवे तो फिर दफ्तर आ गया।
ਗੱਲਾਂ ਚੱਲ ਪਈਆਂ, ਮੀਂਹ ਬੜਾ ਲੰਮਾ ਹੋ ਗਿਆ, ਰੱਬਾ ਹੁਣ ਮੀਂਹ ਬੰਦ ਵੀ ਕਰ ਜਾ, ਹੱਦ ਹੋ ਗਈ ਏ। ਮੀਂਹ ਵੀ ਤੂੰ ਬਿਜਲੀ ਦੇ ਸਵਿੱਚ ਨਾਲ ਪਾਣਾ ਤੇ ਬੰਦ ਕਰਾਉਣਾ ਚਾਹੁੰਦਾ। ਮੀਂਹ ਨਹੀਂ ਪੈ ਰਿਹਾ ਤਾਂ ਵੀ ਦੁਖੀ ਹੈ, ਮੀਂਹ ਪੈ ਰਿਹਾ ਤਾਂ ਵੀ ਦੁਖੀ ਹੈ। ਇਹ ਮੈਂ ਅੱਖੀਂ ਵੇਖੀ ਤੇ ਕੰਨੀ ਸੁਣੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ। ਮੀਂਹ ਨਾ ਪਵੇ ਤਾਂ ਵੀ ਦੁਖੀ ਹੈ, ਮੀਂਹ ਪੈ ਜਾਏ ਤਾਂ ਵੀ ਦੁਖੀ ਹੈ, ਜ਼ਿਆਦਾ ਪਵੇ ਤਾਂ ਵੀ ਦੁਖੀ ਹੈ। ਇਹਦਾ ਕੀ ਇਲਾਜ ਹੈ? ਹਜ਼ੂਰ ਤੇ ਕਹਿੰਦੇ ਨੇ ਰਜਾ 'ਚ ਰਾਜੀ ਰਹਿਣਾ, ਇਹ ਤੇ ਰਜਾ ਵਿੱਚ ਰਾਜੀ ਰਹਿਣ ਵਾਲੀ ਗੱਲ ਨਹੀਂ। ਔਰ ਪ੍ਰਾਹੁਣਚਾਰੀ ਵਾਂਗੂ ਰਹਿਣਾ। ਘਰ ਵਿੱਚ ਮਹਿਮਾਨ ਸੋਫੇ ਤੇ ਬੈਠਾ ਹਰ ਵੇਲੇ ਵਾਲ ਵਾਚ ਵੱਲ ਦੇਖਦਾ ਰਹਿੰਦਾ, ਹਰ ਵੇਲੇ ਦਰਗਾਹ ਵੱਲ ਦੇਖਦਾ ਰਹੋ, ਜਦੋਂ ਸੱਦਾ ਆਇਆ ਮੈਂ ਜਾਣਾ, ਲਿਚਕੜੀਚੀਆਂ ਨਹੀਂ ਕਰਨੀਆਂ। ਪ੍ਰਾਹੁਣਾ ਘੜੀ ਮੁੜੀ ਕਹਿੰਦਾ ਚੱਲੀਏ ਜੀ, ਟਾਈਮ ਹੋ ਗਿਆ ਜੀ, ਬੱਚੇ ਆ ਗਏ ਹੋਣੇ ਨੇ ਜੀ, ਏਦਾਂ ਹੋ ਗਿਆ ਜੀ, ਉੱਦਾਂ ਹੋ ਗਿਆ, ਘੜੀ ਵੱਲ ਵੇਖੀ ਜਾਂਦਾ ਵੇਖੀ ਜਾਂਦਾ। ਤੂੰ ਕਿਉਂ ਵਕਤ ਨੂੰ ਨਹੀਂ ਵਿਚਾਰਦਾ ਵੀ ਜਦੋਂ ਮੈਨੂੰ ਆਵਾਜ਼ ਪਈ ਜਾਣਾ ਤੂੰ ਪ੍ਰਾਹੁਣਾ ਹੈ। ਧਨ ਜੋਬਨ ਅਰ ਫੁੱਲੜਾ ਨਾਠੀੜੇ ਦਿਨ ਚਾਰ। ਇਸ ਲਈ ਖਸਮੈ ਸੋਈ ਭਾਮਦਾ, ਖਸਮੈ ਦਾ ਜਿਸ ਭਾਣਾ ਭਾਵੈ। ਦੁਨੀਆ ਵਿੱਚ ਪ੍ਰਾਹੁਣਾ। ਔਰ ਤੀਜੀ ਗੱਲ, ਦਾਵਾ ਛੱਡ ਰਹਿ ਲਾ ਦਾਵੈ। ਕਿਆ ਹੰਸ ਕਿਆ ਬਗਲਾ ਜਾ ਕਉ ਨਦਰ ਧਰੇ। ਜੇ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ। ਜੇ ਉਹਨੂੰ ਭਾ ਜਾਏ ਤੇ ਉਹ ਕਾਂ ਤੋਂ ਵੀ ਹੰਸ ਬਣਾ ਲੈਂਦਾ। ਉਹਦੀ ਬਖਸ਼ਿਸ਼ ਦੇ ਪਾਤਰ ਬਣਨ ਲਈ ਪ੍ਰਯਾਸ ਕਰੀਏ ਔਰ ਗੁਰੂ ਚਰਨਾਂ 'ਚ ਅਰਦਾਸ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਸੋ ਆਓ ਗੁਰਮੁਖ ਪਿਆਰਿਆਂ ਤੋਂ ਨਿਕਟ ਭਵਿੱਖ ਦੇ ਪ੍ਰੋਗਰਾਮ ਔਰ ਅਗਲੇਰਾ ਪ੍ਰੋਗਰਾਮ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।